ਡੀਅਰ ਸਟੂਡੈਂਟਸ, ਮੇਰੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਤਾਂ ਅਸੀਂ ਲਾਸਟ ਮੈਨ ਰਿਵੀਜ਼ਨ ਕਰ ਰਹੇ ਹਾਂ। ਅਸੀਂ ਇੱਕ ਰਿਵੀਜ਼ਨ ਪੇਪਰ ਆਲਰੇਡੀ ਡਿਸਕਸ ਕਰਕੇ ਹਟੇ ਹਾਂ। ਹੁਣ ਅਸੀਂ ਰਿਵੀਜ਼ਨ ਟੈਸਟ ਨੰਬਰ 2 ਡਿਸਕਸ ਕਰਨ ਜਾ ਰਹੇ ਹਾਂ। ਇਹ 'ਚ ਕਾਫੀ ਸਾਰੇ ਡਾਊਟਸ ਕਲੀਅਰ ਹੋਣਗੇ ਅਤੇ ਇੰਪੋਰਟੈਂਟ ਕੁਐਸਚਨਸ ਵੀ ਐਟ ਅ ਟਾਈਮ ਹੋ ਜਾਣਗੇ। ਚਲੋ ਜੀ ਸ਼ੁਰੂ ਕਰਦੇ ਹਾਂ। ਯੂਜ਼ੁਅਲ ਇੰਸਟਰਕਸ਼ਨ ਜਿਹੜੀਆਂ ਤੁਹਾਨੂੰ ਪੇਪਰ 'ਚ ਮਿਲਣੀਆਂ। ਸੋ ਸਾਡਾ ਸਭ ਤੋਂ ਪਹਿਲਾ ਕੁਐਸਚਨ ਹੈ ਰਿਲੇਸ਼ਨ ਦੇ ਵਿੱਚੋਂ। ਸਾਨੂੰ ਇੱਕ ਸੈੱਟ ਦਿੱਤਾ ਉਹਨਾਂ ਨੇ। ਸੈੱਟ ਦੇ ਵਿੱਚ 1 2 3 4 ਆ। ਕੁਐਸਚਨ ਨੰਬਰ 1 1 2 3 4 ਐਂਡ ਆਫ ਕੋਰਸ ਰਿਲੇਸ਼ਨ ਕੀ ਹੁੰਦਾ? ਸਬਸੈਟ ਆਫ A cross A। ਰਿਲੇਸ਼ਨ ਦੇ ਵਿੱਚ ਜੋ ਸਾਨੂੰ ਦਿੱਤਾ ਹੋਇਆ ਉਹ ਹੈ 1 2 2 2 ਚਲੋ 2 2 1 1 4 4 1 3 3 3 3 2। ਇਸ ਲਿਖਣ ਦੀ ਲੋੜ ਨਹੀਂ ਸੀ, ਚਲੋ ਮੈਂ ਲਿਖਤਾ। ਸਭ ਤੋਂ ਪਹਿਲਾਂ ਰਿਫਲੈਕਸਿਵ ਦੇ ਵਿੱਚ ਕੀ ਹੁੰਦਾ? 4/4 ਦੀ ਨਾ ਇਹ ਬਣਨੀ ਸੀ ਸਾਡੇ ਕੋਲ ਇੱਕ ਸਕੇਅਰ ਮੈਟ੍ਰਿਕਸ। ਅਤੇ ਰਿਫਲੈਕਸਿਵ ਦੇ ਵਿੱਚ ਕੀ ਹੁੰਦਾ ਵੀ ਇਹ ਸਾਰਾ ਪ੍ਰਿੰਸੀਪਲ ਡਾਇਗਨਲ ਉਹ 'ਚ ਹੋਣਾ ਚਾਹੀਦਾ। ਮਤਲਬ 1 1 1 1 ਹੈਗਾ। ਉਸ ਤੋਂ ਬਾਅਦ 2 2 2 2 ਵੀ ਹੈਗਾ। 3 3 3 3 ਵੀ ਹੈਗਾ ਐਂਡ 4 4 ਅਫਕੋਰਸ 4 4 ਵੀ ਹੈਗਾ। ਸੋ ਰਿਫਲੈਕਸਿਵ, ਸਿਮੈਟ੍ਰਿਕ ਅਤੇ ਟ੍ਰਾਂਜ਼ਿਟਿਵ ਤਿੰਨ ਪ੍ਰੋਪਰਟੀਜ਼ ਦੇਖਣੀਆਂ, ਪਰ ਰਿਫਲੈਕਸਿਵ ਹੈਗਾ। ਅੱਛਾ, ਉਸ ਤੋਂ ਬਾਅਦ ਸਿਮੈਟ੍ਰਿਕ ਦੇਖੋ। ਸਿਮੈਟ੍ਰਿਕ ਦੇ ਲਈ ਤੁਸੀਂ ਨੋਟ ਕਰੋ 1 2 ਇਹਦੇ ਵਿੱਚ ਹੈਗਾ ਬਟ 2 1 ਇਹਦੇ ਵਿੱਚ ਨਹੀਂ ਹੈਗਾ। ਸੋ ਇੱਕ ਨੇ ਹੀ ਪ੍ਰੋਪਰਟੀ ਡਿਸਟਰੋਏ ਕਰਤੀ, ਇਸ ਕਰਕੇ ਸਿਮੈਟ੍ਰਿਕ ਨਹੀਂ ਹੈਗਾ। ਹੁਣ ਤੁਸੀਂ ਆਪਸ਼ਨਾਂ 'ਤੇ ਨਿਗਾਹ ਮਾਰੋ। ਇਕੁਇਲੈਂਸ ਰਿਲੇਸ਼ਨ ਦੇ ਵਿੱਚ ਸਿਮੈਟ੍ਰਿਕ ਹੋਣਾ ਜ਼ਰੂਰੀ ਹੁੰਦਾ, ਇਸ ਕਰਕੇ ਆਪਸ਼ਨ ਹੋ ਨਹੀਂ ਸਕਦੀ। ਆਰ ਇਜ਼ ਸਿਮੈਟ੍ਰਿਕ, ਸਿਮੈਟ੍ਰਿਕ ਹੈ ਨਹੀਂ ਗਾ। ਆਪਸ਼ਨ ਸੀ ਵੀ ਐਲੀਮੀਨੇਟ ਹੋ ਗਈ। ਉਸ ਤੋਂ ਬਾਅਦ ਆਪਸ਼ਨ ਏ ਦੇ ਵਿੱਚ ਵੀ ਸਿਮੈਟ੍ਰਿਕ ਕਿਹਾ ਉਹਨੇ, ਆਪਸ਼ਨ ਇਹ ਵੀ ਐਲੀਮੀਨੇਟ ਹੋ ਗਈ। ਸੋ ਇੱਕੋ ਹੀ ਆਪਸ਼ਨ ਸਰਵਾਈਵ ਕੀਤੀ ਹੈ, ਦੈਟ ਇਜ਼ ਆਪਸ਼ਨ ਬੀ। ਸੋ ਤੁਹਾਡਾ ਆਨਸਰ ਕੀ ਆ ਗਿਆ? ਰਿਫਲੈਕਸਿਵ ਐਂਡ ਟ੍ਰਾਂਜ਼ਿਟਿਵ। ਭਾਵੇਂ ਅਸੀਂ ਟ੍ਰਾਂਜ਼ਿਟਿਵਿਟੀ ਦੀ ਚੈੱਕ ਨਹੀਂ ਕੀਤੀ, ਪਰ ਐਜ਼ ਪਰ ਦਾ ਨੇਚਰ ਆਫ ਦਾ ਕੁਐਸਚਨ ਇਹ ਗੱਲ ਕਲੀਅਰ ਹੋ ਗਈ। ਉਸ ਤੋਂ ਬਾਅਦ ਨੈਕਸਟ ਕੁਐਸਚਨ ਦੇ ਵਿੱਚ ਤੁਹਾਨੂੰ ਇੱਕ ਟਾਈਪ ਉਹਨੇ ਪੁੱਛਣੀ ਹੈ। ਸੋ ਉੱਥੇ ਅਸੀਂ ਫੰਕਸ਼ਨ ਦੇ ਨੇਚਰ ਦੇ ਅਕੋਰਡਿੰਗਲੀ 4 ਕਰਦੇ ਹੁੰਦੇ ਹਾਂ। ਇੱਕ ਹੁੰਦੀ ਹੈ ਮਤਲਬ ਜਸਟ ਮੋਮੈਂਟ, ਹਾਂਜੀ, ਇੱਕ ਹੁੰਦੀ ਹੈ 1 1, ਇੱਕ ਹੁੰਦੀ ਹੈ ਔਨ ਟੂ। 1 1 ਲਈ ਅਲਟਰਨੇਟਿਵ ਵਰਡ ਹੈ ਇੰਜੈਕਟਿਵ, ਔਨ ਟੂ ਲਈ ਅਲਟਰਨੇਟਿਵ ਵਰਡ ਹੈ ਸਰਜੈਕਟਿਵ। ਤਾਂ ਅਗਰ ਇਹ 1 1 ਔਨ ਟੂ ਕੋਈ ਫੰਕਸ਼ਨ ਹੋ ਜਾਂਦਾ ਇਕੱਠਾ, ਦੋਵੇਂ ਹੀ ਹੋ ਜਾਂਦਾ, ਤਾਂ ਅਸੀਂ ਉਹਨੂੰ ਬੋਲ ਦਿੰਦੇ ਹਾਂ ਬਾਈਜੈਕਟਿਵ। ਓਕੇ ਜੀ। ਸੋ ਅਗਰ ਕੋਈ ਫੰਕਸ਼ਨ ਅਸੀਂ ਅਗਰ ਇਹਦੀ ਨਗੇਸ਼ਨ 1 1 ਨਹੀਂ ਹੈਗਾ ਤਾਂ ਉਹਦੇ ਲਈ ਉਹਨੂੰ ਬੋਲ ਦਿੰਦੇ ਮੈਨੀ 1। ਅਤੇ ਅਗਰ ਉਹ ਔਨ ਟੂ ਨਹੀਂ ਹੈਗਾ ਤਾਂ ਉਹਨੂੰ ਬੋਲ ਦਿੰਦੇ ਹਾਂ ਅਸੀਂ ਇਨਟੂ। ਚਲੋ ਜੀ, 4 ਤਰ੍ਹਾਂ ਨਾਲ ਕੁਐਸਚਨ ਬਣਦਾ ਹੁੰਦਾ, 4 ਤਰ੍ਹਾਂ ਦੀਆਂ ਟਾਈਪਸ ਡਿਸਕਸ ਹੋ ਜਾਂਦੀਆਂ। ਸੋ ਜਿਹੜੀ ਹੁਣ ਗੱਲ ਕਰਦੇ ਹਾਂ 1 1 ਦੀ। 1 1 'ਚ ਕੀ ਹੁੰਦਾ? 1 1 ਦੇ ਵਿੱਚ ਇੱਕ ਨਾਲ ਇੱਕ, ਜੋ ਨਾਮ ਤੋਂ ਹੀ ਹੈਗਾ ਹੈ ਨਾ। ਸੋ ਜੇ ਤੁਸੀਂ 2 ਇਸ ਤਰ੍ਹਾਂ ਦੇ ਐਲੀਮੈਂਟ ਲਾਓਗੇ ਤਾਂ ਇੱਕ ਨਾਲ ਇੱਕ ਬਣਦਾ, ਸਟੇਟ ਲਾਈਨਸ ਹੁੰਦੀਆਂ। ਅਤੇ ਜਾਂ ਫਿਰ ਅਲਟਰਨੇਟਿਵ ਟੈਸਟ ਕੀ ਹੁੰਦਾ ਇਹਦਾ ਵੀ ਉਹਦਾ ਡੈਰੀਵੇਟਿਵ ਲੈ ਲਓ। ਅਗਰ ਉਹ ਸਟਿਕਲੀ ਇਨਕਰੀਜ਼ਿੰਗ ਜਾਂ ਸਟਿਕਲੀ ਡਿਕਰੀਜ਼ਿੰਗ ਹੈ ਤਾਂ ਵੀ ਫੰਕਸ਼ਨ ਕੀ ਹੁੰਦਾ? ਸਾਡਾ 1 1 ਹੁੰਦਾ। ਹੁਣ ਇਸ ਕੁਐਸਚਨ ਦੇ ਵਿੱਚ ਤੁਹਾਨੂੰ ਦਿੱਤਾ ਪਿਆ ਐਫ ਐਕਸ ਇਕੁਅਲ ਟੂ ਐਕਸ ਰੇਜ਼ ਟੂ ਪਾਵਰ 4। ਧਿਆਨ ਨਾਲ ਦੇਖੋ, ਅਗਰ -1 ਦਾ ਮੈਂ ਇਮੇਜ ਦੇਖਾਂ ਉਹ ਵੀ 1 ਹੈ, ਅਤੇ 1 ਦਾ ਦੇਖਾਂ ਤਾਂ ਉਹ ਵੀ 1 ਹੈ, ਤਾਂ ਇਹ ਪੈਰਲਰ ਨਹੀਂ ਹੋਈਆਂ ਗਈਆਂ। ਸੋ ਸਾਡਾ ਫੰਕਸ਼ਨ 1 1 ਨਹੀਂ ਹੈਗਾ ਜੀ। ਹਾਂਜੀ, ਸੋ ਫੰਕਸ਼ਨ 1 1 ਨਹੀਂ ਹੈਗਾ ਗਾ। ਸੋ ਆਹ 2 ਆਪਸ਼ਨਾਂ ਤਾਂ ਗਈਆਂ ਜੀ, ਐਲੀਮੀਨੇਟ ਹੋ ਗਈਆਂ। ਆਪਸ਼ਨ ਏ ਵੀ ਐਲੀਮੀਨੇਟ ਹੋ ਗਈ, ਆਪਸ਼ਨ ਸੀ ਵੀ ਐਲੀਮੀਨੇਟ ਹੋ ਗਈ। ਤਾਂ ਉਸ ਤੋਂ ਬਾਅਦ ਹੈ ਜੀ ਔਨ ਟੂ ਲਈ ਕੀ ਹੁੰਦਾ? ਔਨ ਟੂ ਲਈ ਸਾਡੀ ਜਿਹੜੀ ਰੇਂਜ ਹੁੰਦੀ ਹੈ ਦੈਟ ਸ਼ੁੱਡ ਬੀ ਇਕੁਅਲ ਟੂ ਦਾ ਕੋਡੋਮੇਨ। ਪਰ ਤੁਸੀਂ ਨੋਟ ਕਰੋ ਇਹਦੀ ਜਿਹੜੀ ਰੇਂਜ ਹੈ, ਇਸ ਫੰਕਸ਼ਨ ਦੀ ਜਿਹੜੀ ਰੇਂਜ ਹੈ ਦੈਟ ਇਜ਼ ਪੋਜ਼ੀਟਿਵ ਰੀਅਲ ਨੰਬਰ, ਬਿਕਾਜ਼ ਉਹਦੀ ਈਵਨ ਪਾਵਰ ਹੈ। ਸੋ ਕੋਡੋਮੇਨ ਅਤੇ ਰੇਂਜ ਵੀ ਇਕੁਅਲ ਹੈ ਨਹੀਂ, ਇਸ ਕਰਕੇ ਔਨ ਟੂ ਵੀ ਨਹੀਂ ਹੈਗਾ। ਆਪਸ਼ਨ ਸੀ ਵੀ ਐਲੀਮੀਨੇਟ ਹੋ ਗਈ। ਇੱਕੋ ਹੀ ਆਪਸ਼ਨ ਸਰਵਾਈਵ ਕੀਤੀ ਹੈ, ਦੈਟ ਇਜ਼ ਆਪਸ਼ਨ ਡੀ। ਫੰਕਸ਼ਨ ਇਜ਼ ਨੀਦਰ 1 1 ਨਾਰ ਔਨ ਟੂ। ਜਾਂ ਇਹਦੇ ਲਈ ਅਲਟਰਨੇਟਿਵ ਇੱਕ ਸਟੇਟਮੈਂਟ ਹੋਰ ਵੀ ਹੋ ਸਕਦੀ ਸੀ, ਇਹ ਸੀਗਾ ਮੈਨੀ 1 ਇਨਟੂ। ਸੋ ਮੈਨੀ 1 ਇਨਟੂ ਇੱਕ ਇਹਦਾ ਆਨਸਰ ਹੋ ਸਕਦਾ ਸੀਗਾ ਜੀ। ਵਾਰ-ਵਾਰ ਇਹਦੀ ਗੱਲ ਚੱਲ ਰਹੀ ਹੈ ਜੀ। ਡੋਮੇਨ ਅਤੇ ਰੇਂਜ ਉਹਨੇ ਇੱਕ ਵਾਰੀ ਪੁੱਛਣੀ ਹੈ। 6 ਜਿਹੜੇ ਤੁਹਾਡੇ ਫੰਕਸ਼ਨ ਹੈਗਾ, ਤਾਂ ਇੱਥੇ ਉਹਨੇ ਡੋਮੇਨ ਪੁੱਛੀ ਹੈ।
ਸੋ ਡੋਮੇਨ ਕੀ ਸੀਗੀ ਜੀ ਉਹਦੀ -1 to 1 ਸੀ ਜੀ। ਤੋ ਕੁਐਸਚਨ ਨੰਬਰ 4 ਹੈ ਜੀ। ਤਾਂ ਤੁਹਾਨੂੰ ਯਾਦ ਹੋਣਾ ਜਦੋਂ ਤੁਸੀਂ ਉਹਦਾ ਟਾਈਮ ਟੇਬਲ ਕੀਤਾ ਸੀਗਾ, ਜਿਹੜਾ ਸਾਈਨ 30 ਹੁੰਦਾ ਦੈਟ ਇਜ਼ 1/2। ਸੋ ਸਾਈਨ ਇਨਵਰਸ 1/2 ਦੈਟ ਇਜ਼ π/6। ਸੋ ਸਾਡਾ ਇਹ ਜਿਹੜਾ ਇਹਦਾ ਆਨਸਰ ਆ ਗਿਆ B ਆ ਗਿਆ ਜੀ। ਨੈਕਸਟ ਕੁਐਸਚਨ 'ਤੇ ਆਓ ਜੀ। ਕੁਐਸਚਨ ਨੰਬਰ 5 ਦੇ ਵਿੱਚ ਇੱਕ ਰਿਜ਼ਲਟ ਯਾਦ ਕਰ ਲਓ, ਵਾਰ ਅਸੀਂ ਯੂਜ਼ ਕਰ ਰਹੇ ਹਾਂ। ਸਾਈਨ ਇਨਵਰਸ ਸਾਈਨ ਥੀਟਾ ਇਜ਼ ਇਕੁਅਲ ਟੂ ਥੀਟਾ ਇਫ ਥੀਟਾ ਲਾਈਜ਼ ਬਿਟਵੀਨ -π/2 ਐਂਡ π/2, ਮਤਲਬ -90 to 90 ਦੇ ਵਿਚਕਾਰ ਉਹ ਹੋਣਾ ਚਾਹੀਦਾ। ਬਟ ਤੁਸੀਂ ਇੱਥੇ ਦੇਖੋਗੇ ਜਿਹੜਾ ਤੁਹਾਨੂੰ ਦਿੱਤਾ ਹੋਇਆ 2π/3 ਦਾ ਮਤਲਬ ਕੀ ਹੈਗਾ 120 ਡਿਗਰੀ ਹੈ ਨਾ। 120 ਡਿਗਰੀ ਹੋਗਾ ਤਾਂ ਉਹ ਤੋਂ ਜ਼ਿਆਦਾ ਹੋ ਗਿਆ। ਸੋ ਅਸੀਂ ਕੀ ਕਰਾਂਗੇ, ਇਹਨੂੰ ਅਸੀਂ ਇਹਦੀ ਰੇਂਜ ਵਿੱਚ ਲੈ ਕੇ ਆਵਾਂਗੇ ਇਹਦੀ। ਸੋ ਸਾਈਨ ਇਹਨੂੰ ਅਸੀਂ ਇੱਦਾਂ ਲਿਖ ਲੈਂਦੇ ਹਾਂ, 120 ਨੂੰ ਕਿਵੇਂ ਲਿਖ ਸਕਦੇ ਹੋ, 180 ਮਾਈਨਸ 60 ਵੀ ਲਿਖ ਸਕਦੇ ਹੈ ਨਾ ਜੀ। ਸੋ ਇਹ ਤੁਹਾਡਾ ਹੋ ਗਿਆ ਜੀ, ਆਪਾਂ ਕੀਤਾ ਸੀ +1 ਦੇ ਵਿੱਚ ਰਿਜ਼ਲਟ, ਇਹ π/3 ਹੁਣ ਉਹਦੇ 'ਚ ਆ ਗਿਆ ਰੇਂਜ ਜੀ। ਸੋ ਪਿੱਛੇ ਕੱਟ ਕੇ ਕਿੰਨਾ ਰਹਿ ਗਿਆ ਜੀ, ਸੋ ਇਹ ਕੱਟ ਕੇ π/3 ਰਹਿ ਗਿਆ ਜੀ। ਸੋ ਤੁਹਾਡਾ ਆਨਸਰ ਕਿੰਨਾ ਆ ਗਿਆ ਜੀ ਇਹਦੇ ਵਿੱਚ, ਆਪਸ਼ਨ C ਆ ਗਿਆ ਜੀ। ਹਾਂਜੀ, ਫਿਰ ਡੋਮੇਨ ਆ ਗਿਆ ਜੀ ਸਾਈਨ। ਵੈਸੇ ਅਗਰ ਸਾਈਨ ਦੀ ਕੁਐਸਚਨ ਹੈ ਜਿਹੜਾ ਆਪਣਾ 6th ਕੁਐਸਚਨ ਹੈ ਜੀ, ਤਾਂ ਵੈਸੇ ਦੀ ਰੇਂਜ ਕਿੰਨੀ ਹੁੰਦੀ ਹੈ -1 to 1 ਹੈ ਨਾ। ਸੋ ਇੱਕ ਨੂੰ 3 ਐਡ ਕਰ ਦਿਓ ਜੀ। ਸੋ ਬੇਟਾ ਸੋ ਕੀ ਬਣ ਗਿਆ ਜੀ ਇਹ 2 <= 2, 2x <= 4, ਸੋ 1x <= 2। ਸੋ ਤੁਹਾਡਾ ਆਨਸਰ ਕਿੰਨਾ ਆ ਗਿਆ ਜੀ ਤਾਂ 6 ਦਾ ਇਹ ਬਣ ਗਿਆ ਜੀ ਇਹਦਾ। ਨੈਕਸਟ ਕੁਐਸਚਨ ਜੀ, ਇਹਦੇ ਵਿੱਚ ਜੀ ਉਹੀ ਆਪਣਾ tan ਵਾਲਾ ਲਾਸਟ ਟਾਈਮ ਵੀ ਫਾਰਮੂਲਾ ਲਾਇਆ ਸੀ 2/11 + 7/24 1 - 2/11 × 7/24। ਸੋ ਉਹਨੂੰ ਥੋੜ੍ਹਾ ਜਿਹਾ ਸੋਲਵ ਕਰੋਗੇ ਤਾਂ ਇਹ ਬਣ ਜਾਣਾ ਜੀ ਆਪਣੇ ਕੋਲ। ਸਿੰਪਲ ਕੈਲਕੂਲੇਸ਼ਨਸ ਹੈ ਜੀ 48 + 77, ਸੋ 11 × 24 - 14, ਬਾਕੀ ਕੈਂਸਲ ਆਊਟ ਕਰਤਾ ਜੀ। ਸੋ ਬੇਟਾ ਇਹ ਬਣ ਗਿਆ, ਉੱਪਰ ਦੇਖੋਗੇ ਤੁਸੀਂ 125, ਨੀਚੇ ਕਿੰਨਾ ਹੋ ਗਿਆ ਜੀ ਉਹ 264 - 14। ਸੋ tan ਇਨਵਰਸ 125 / 250, ਇਹ ਕੈਂਸਲ ਆਊਟ ਹੋ ਗਿਆ ਬੇਟਾ। ਸੋ ਤੁਹਾਡਾ ਆਹ ਕਿੰਨਾ ਹੋ ਗਿਆ 1/2। ਸੋ ਆਪਸ਼ਨ ਲੱਭੋ ਕਿੱਥੇ ਜੀ, tan ਇਨਵਰਸ ਦੀ 1/2 this one। ਸੋ ਇਹ ਵੀ ਹੋ ਗਿਆ ਜੀ। ਕੁਐਸਚਨ ਨੰਬਰ 8 +1 ਦੇ ਵਿੱਚ ਅਗਰ ਟ੍ਰਿਗਨੋਮੈਟਰੀ ਚੱਜ ਨਾਲ ਕੀਤੀ ਹੁੰਦੀ ਤਾਂ ਇੰਨੀ ਦਿੱਕਤ ਨਹੀਂ ਆਉਣੀ ਸੀ। 1 - cos x 1 + cos x ਫਾਰਮੂਲਾ 2 sin² x/, ਹਾਫ ਐਂਗਲ ਦੇ ਫਾਰਮੂਲਾ ਹੋ ਗਿਆ 2 cos² x/2, 2 ਕੈਂਸਲ। ਸੋ tan² x/2 ਦੋਵੇਂ ਪਾਸੇ ਸਕੇਅਰ ਰੂਟ ਲੈ ਲਓਗੇ ਤਾਂ 1 - cos x 1 + cos x। ਸੋ ਇਹ ਤੁਹਾਡੇ ਕੋਲ ਵੈਲਿਊ ਆ ਗਈ ਜੀ tan x/2। ਅਤੇ ਜੇ ਤੁਸੀਂ ਇਹਦਾ ਇਨਵਰਸ ਲੈ ਲਓਗੇ ਨਾਲ ਦੀ ਨਾਲ ਤਾਂ ਤੁਹਾਡੇ ਕੋਲ ਕੀ ਬਣ ਜਾਣਾ ਸੀ 1 - cos x 1 + cos x ਦੀ ਵੈਲਿਊ ਆ ਗਈ x/2। ਸੋ ਇਹਦਾ ਆਨਸਰ ਕਿੰਨਾ ਆ ਗਿਆ this one C ਆ ਗਿਆ। ਇੱਕ ਗੱਲ ਹੋਰ ਯਾਦ ਰੱਖਿਓ ਬੇਟਾ, ਕਈ ਵਾਰੀ ਨਾ ਇਹਦਾ ਡੈਰੀਵੇਟਿਵ ਪੁੱਛ ਲੈਂਦਾ ਇਸੇ ਚੀਜ਼ ਦਾ ਡੈਰੀਵੇਟਿਵ। ਸੋ ਉੱਥੇ ਲੌਂਗ ਮੈਥਡ ਚੇਨ ਰੂਲ ਨਾਲ ਨਾ ਕਰਨ ਬਹਿ ਜਿਓ। ਮੋਸਟਲੀ ਉੱਥੇ ਜਿਹੜੇ ਕੁਐਸਚਨ MCQ ਦੇ ਵਿੱਚ ਤੁਹਾਨੂੰ ਪੁੱਛੇ ਜਾਣੇ ਆ ਇੱਦਾਂ ਦੇ, ਦੇਖਣ 'ਚ ਬੜੇ ਲੱਗਣਗੇ ਪਰ ਉਹਨਾਂ ਨੂੰ ਸਿੰਪਲੀਫਾਈ ਕਰੋਗੇ ਤਾਂ ਛੋਟਾ ਜਿਹਾ ਬਣ ਜਾਓ 1/2। ਸੋ ਇਹ ਵੀ ਯਾਦ ਰੱਖੋ। ਇੱਕ ਹੋਰ ਕੁਐਸਚਨ ਹੋ ਗਿਆ ਆਪਣਾ, ਕੁਐਸਚਨ ਨੰਬਰ 8 ਹੋ ਗਿਆ। ਕੁਐਸਚਨ ਨੰਬਰ 9 ਦੇ ਵਿੱਚ ਦੋ ਮੈਟ੍ਰਿਸਿਸ ਇਕੁਅਲ ਕਦੋਂ ਹੁੰਦੀਆਂ, ਤਾਂ ਇਕੁਅਲ ਉਦੋਂ ਹੀ ਹੁੰਦੀਆਂ ਜਦੋਂ ਉਹਨਾਂ ਦਾ ਆਰਡਰ ਸੇਮ ਹੋਵੇ ਅਤੇ ਕੋਰਸਪੋਂਡਿੰਗ ਐਂਟਰੀ ਇਕੁਅਲ ਹੋਣ। ਸੋ ਜਿਵੇਂ ਹੁਣ ਇੱਥੇ ਮੈਂ ਕਰਕੇ ਦੱਸਦਾ ਤੁਹਾਨੂੰ, ਜਿਵੇਂ 3x + 7 ਮਸਟ ਬੀ ਇਕੁਅਲ ਟੂ 0। ਜਦੋਂ ਇਹ ਕੀਤਾ 3x + 7 = 0 ਅਤੇ x ਦੀ ਵੈਲਿਊ -7/3 ਆ ਗਈ। ਸੋ ਮੈਨੂੰ ਦੱਸੋ ਕਿਤੇ ਹੋਰ ਆਈ ਹੈ -7/3? ਨਾ ਇਹਦੇ ਵਿੱਚ ਹੈ, ਨਾ ਇਹਦੇ ਵਿੱਚ ਹੈ, ਨਾ ਇਹਦੇ ਵਿੱਚ ਹੈ। ਸੋ ਨਾਟ ਪੋਸੀਬਲ ਟੂ ਫਾਈਂਡ। ਚਲੋ ਜੀ, ਇਹ ਵੀ ਹੋ ਗਿਆ ਬੇਟਾ। ਨੈਕਸਟ ਕੁਐਸਚਨ 'ਤੇ ਆਓ। ਉਸ ਤੋਂ ਬਾਅਦ ਰੈਕਟੈਂਗੂਲਰ ਮੈਟ੍ਰਿਕਸ ਕੱਲ੍ਹ ਵਾਲੇ ਅੱਜ ਪਹਿਲਾਂ ਵਾਲੇ ਲੈਕਚਰ 'ਚ ਵੀ ਦੱਸਿਆ ਸੀਗਾ
ਵੀ ਅਗਰ ਆ ਹੋਵੇ ਤਾਂ ਇਹ ਸਾਡੀ ਮੈਟ੍ਰਿਕਸ ਹੁੰਦੀ ਹੈ ਸਕੇਅਰ। ਤਾਂ ਰੈਕਟੈਂਗੂਲਰ ਮੈਟ੍ਰਿਕਸ ਐਮ ਕ੍ਰਾਸ ਐਨ ਜਦੋਂ ਇਕੁਅਲ ਨਹੀਂ ਹੁੰਦੇ, ਸੋ ਇਹਦਾ ਆਨਸਰ ਹੈਗਾ ਇਹਦਾ ਏ ਆਪਸ਼ਨ। ਸੋ ਦੈਟ ਇਜ਼ ਕਰੈਕਟ ਆਨਸਰ ਇਜ਼ ਦਿਸ ਵਨ। ਸੋ ਨੈਕਸਟ ਕੁਐਸਚਨ 'ਤੇ ਆਓ ਜੀ। ਤਾਂ ਆ ਬੇਟਾ ਬਸ ਆਹੀ ਪਿਛਲੇ ਵਾਰੀ ਕੁਐਸਚਨ ਜਿਹੜਾ ਤੁਹਾਨੂੰ ਦਿੱਤਾ ਮੈਂ NCERT 'ਚ, ਉੱਥੇ 0R1 ਲਿਖਿਆ ਹੋਇਆ, ਸੇਮ ਸਿਚੁਏਸ਼ਨ ਹੈ, ਲਾਸਟ ਲੈਕਚਰ 'ਚ ਵੀ ਦੱਸਿਆ ਸੀ, ਦੁਬਾਰਾ ਦੇਖ ਲਿਓ। 2⁻9 ਇਹਦਾ ਆਨਸਰ ਹੁੰਦਾ ਬੇਟਾ 512। ਉਸ ਤੋਂ ਬਾਅਦ A ਐਂਡ B ਦੇਖੋ, P ਪੋਸਟ ਇਕੁਅਲ ਟੂ C। ਸੋ ਇਹਦਾ ਆਰਡਰ ਆਪਾਂ ਨੂੰ ਪੁੱਛਿਆ ਉਹਨੇ, ਸਪੋਜ਼ ਕਰੋ ਹੋਏ M ਕ੍ਰਾਸ N ਹੈ, ਅਤੇ B ਦਾ ਆਰਡਰ ਅਤੇ C ਦਾ ਆਰਡਰ ਉਹਨੇ ਸਾਨੂੰ ਦਿੱਤਾ ਹੋਇਆ 3 × 5। ਸੋ ਤੁਹਾਨੂੰ ਪਤਾ ਹੋਣਾ ਚਾਹੀਦਾ ਆ ਜਦੋਂ ਪ੍ਰੋਡਕਟ ਡਿਫਾਈਨ ਹੁੰਦੀ ਹੈ ਤਾਂ ਪਹਿਲੇ ਦੇ ਕਾਲਮ ਅਤੇ ਦੂਜੇ ਦੀਆਂ ਰੋਜ਼ ਹੈ ਜਿਹੜੀਆਂ ਉਹ ਸੇਮ ਹੁੰਦੇ ਆ। ਸੋ ਇੱਥੋਂ ਕੀ ਹੋ ਗਿਆ ਆਪਣਾ n ਦੀ ਵੈਲਿਊ ਸੇਮ ਆ ਗਈ। ਸੋ ਉਸ ਤੋਂ ਬਾਅਦ ਫਸਟ ਅਤੇ ਲਾਸਟ M ਕ੍ਰਾਸ 5, ਅਤੇ ਇਹ ਕਿਹਦੇ ਇਕੁਅਲ ਰਹਿ ਗਿਆ ਸੀ ਤੁਹਾਡੇ ਕੋਲ 5। M ਦੀ ਵੈਲਿਊ ਕਿੰਨੀ ਆ ਗਈ 3। ਸੋ M ਕ੍ਰਾਸ N ਮੀਨਸ ਤੁਹਾਡੀ ਮੈਟ੍ਰਿਕਸ ਕਿਹੜੇ ਆਰਡਰ ਦੀ ਹੈ 3 × 3 ਦੀ। ਸੋ ਕਰੈਕਟ ਆਨਸਰ ਕੀ ਹੋ ਗਿਆ ਜੀ ਉਹਦਾ ਇਹ ਹੋ ਗਿਆ ਜੀ। 12th ਕੁਐਸਚਨ ਦਾ ਆਨਸਰ ਹੈ ਜਿਹੜਾ ਆਪਣਾ ਇਹ ਹੋ ਗਿਆ ਜੀ। ਨੈਕਸਟ ਕੁਐਸਚਨ 'ਤੇ ਆਓ ਜੀ। ਲਓ ਜੀ, ਸਿੰਪਲ ਮਲਟੀਪਲੀਕੇਸ਼ਨ ਹੈ ਜੀ। 5 ਅਤੇ ਆ ਮਲਟੀਪਲਾਈ ਜਦੋਂ ਕਰੋਗੇ ਤੁਸੀਂ ਤਾਂ 5 × 2 10 ਫਸਟ ਐਂਟਰੀ, ਅਤੇ -3। ਤਾਂ ਸੈਕਿੰਡ ਐਂਟਰੀ ਕਿੰਨੀ ਹੋ ਗਈ ਜੀ 5 -4। ਤਾਂ ਥਰਡ ਐਂਟਰੀ ਕਿੰਨੀ ਹੋ ਗਈ ਜੀ 18 + 21। ਸੋ ਆਹ ਐਂਟਰੀ ਹੋ ਗਈ ਸੀ ਜੀ ਥੋੜ੍ਹਾ ਦੇਖੋ 7 1 ਅਤੇ ਸੌਰੀ ਆ 12 ਸੀਗੇ ਜੀ 6 × 12। ਸੋ ਇਹ ਕਿੰਨਾ ਹੋ ਗਿਆ ਸੀ 33। 7 1 33 ਕਿਹਦੇ ਵਿੱਚ ਆ ਰਿਹਾ 7 1 ਆ ਗਲਤ ਹੋ ਗਿਆ, 7 34 ਹੋ ਗਿਆ, ਆ ਵੈਸੇ ਹੀ ਗਲਤ ਹੋ ਗਿਆ, ਕੋਈ ਆਪਸ਼ਨ ਰਹਿ ਗਈ ਸੀ ਦਿਸ ਵਨ। ਹਾਂਜੀ, ਉਸ ਤੋਂ ਬਾਅਦ ਤੁਹਾਡੇ ਕੋਲ ਇੱਕ ਮੈਟ੍ਰਿਕਸ ਦਿੱਤੀ ਹੋਈ ਹੈ ਜੀ 1 2 3 ਕਾਲਮ ਮੈਟ੍ਰਿਕਸ ਆ। ਜਦੋਂ ਦਾ ਟਰਾਂਸਪੋਜ਼ ਲਿਆ ਤਾਂ ਰੋ ਮੈਟ੍ਰਿਕਸ ਆ, ਟਰਾਂਸਪੋਜ਼ ਲਿਆ ਕਾਲਮ ਬਣ ਗਈ। ਸੋ ਸਾਨੂੰ ਪੁੱਛਿਆ ਸੀ A', ਮਤਲਬ ਇਹਦਾ ਆਰਡਰ ਕਿੰਨਾ ਸੀਗਾ ਜੀ ਇਹਦਾ 1 × 3 ਸੀਗਾ, ਇਹਦਾ ਸੀ 3 × 1। ਨਵੀਂ ਮੈਟ੍ਰਿਕਸ ਦਾ ਆਰਡਰ ਬਣਨਾ ਚਾਹੀਦਾ 1/1। ਸੋ 1 2 3 ਅਤੇ 1 2 3 ਇਹਨੂੰ ਤੁਸੀਂ ਬੇਟਾ ਕਰੋ, ਇੱਕੋ ਹੀ ਬਣੂ ਐਲੀਮੈਂਟ 1 + 4 + 9 14। ਸੋ ਆਨਸਰ ਕਿੰਨਾ ਗਿਆ ਪੁੱਤ C ਆ ਗਿਆ। ਆ ਜਾਓ ਨੈਕਸਟ ਕੁਐਸਚਨ 'ਤੇ ਆ ਜਾਓ। ਸੋ ਨੈਕਸਟ ਤੁਸੀਂ ਦੇਖੋਗੇ ਸਾਨੂੰ ਪੁੱਛਿਆ BA ਟਰਾਂਸਪੋਜ਼ ਦਾ ਆਰਡਰ। ਸੋ A ਟਰਾਂਸਪੋਜ਼ B ਟਰਾਂਸਪੋਜ਼ ਦਾ ਆਰਡਰ, ਇਹਦਾ ਆਰਡਰ ਕਿੰਨਾ ਸੀਗਾ ਸੌਰੀ ਬੇਟਾ 5/2। ਟਰਾਂਸਪੋਜ਼ ਦਾ ਆਰਡਰ ਕਿੰਨਾ ਹੋ ਜਾਣਾ ਸੀ ਬੇਟਾ 2 × 5, ਅਤੇ ਇਹਦਾ ਆਰਡਰ ਕਿੰਨਾ ਬਣ ਜਾਣਾ ਸੀ 5 × 2 ਟਰਾਂਸਪੋਜ਼, ਅਤੇ ਆਹ ਵਿੱਚੋਂ ਚੱਕ ਦੋ। ਸੋ 2/2। ਸੋ ਆਨਸਰ ਕਿੰਨਾ ਆ ਗਿਆ ਬੇਟਾ ਸਾਡਾ ਇਹ ਆ ਗਿਆ। ਨੈਕਸਟ ਕੁਐਸਚਨ 'ਤੇ ਆ ਜਾਓ। ਵਾਰ ਗੱਲ ਹੋ ਚੁੱਕੀ ਹੈ ਜੀ। ਸਕੇਅਰ ਕਰੋਗੇ ਤਾਂ ਇਹਦੀ ਸਿੱਧੀ ਡਾਇਰੈਕਟਿਵ ਵੈਲਿਊ ਹੈ ਜੀ 6। ਸੋ ਉਸ ਤੋਂ ਬਾਅਦ ਨੈਕਸਟ ਹੈ ਜੀ ਫੰਕਸ਼ਨ ਕੰਟੀਨਿਊਸ ਦਿੱਤਾ ਹੋਇਆ, ਲੈਫਟ ਅਤੇ ਰਾਈਟ ਲਿਮਿਟ ਇਕੁਅਲ ਹੋਣੀ ਹੈ ਜੀ 5k + 1 15 - 5। ਸੋ k ਦੀ ਵੈਲਿਊ ਕਿੰਨੀ ਹੈਗੀ ਜੀ 10 - 1 9 9/5। ਸੋ ਆਨਸਰ ਕੀ ਆ ਗਿਆ ਬੇਟਾ C ਆ ਗਿਆ। ਹਾਂਜੀ, ਵਾਰ ਦੱਸਿਆ ਜੀ ਪਿਛਲੇ ਲੈਕਚਰ x(a)(x)-1। ਜੇਕਰ a⁻(a) ਫਿਰ 0 ਹੋਣਾ ਸੀ, ਜੇ ax ਹੁੰਦਾ ਫਿਰ ax ਲਓਗੇ, C ਆਪਸ਼ਨ ਮਾਰਨੀ ਸੀ। ਚੇਨ ਰੂਲ ਦਾ ਡੈਰੀਵੇਟਿਵ ਬੇਟਾ a - nx ਹੋ ਗਿਆ। ਉਸ ਤੋਂ ਬਾਅਦ ਤੁਹਾਡਾ ਜਿਹੜਾ ਡੈਰੀਵੇਟਿਵ ਹੋਣਾ ਇਸ ਚੀਜ਼ ਦਾ ਡੈਰੀਵੇਟਿਵ ਹੋਣਾ ਤਾਂ ਉਹ ਕੀ ਬਣ ਜਾਣਾ -n। ਸੋ ਤੁਹਾਡੀ ਕਿਹੜੀ ਆਪਸ਼ਨ ਰਹਿ ਗਈ ਜੀ ਤੁਸੀਂ ਧਿਆਨ ਨਾਲ ਦੇਖੋ ਦਿਸ ਵਨ A, ਬਾਕੀਆਂ 'ਚ ਕੁਛ ਨਾ ਕੁਛ ਮਿਸ ਹੈ। cos ਇਨਵਰਸ x ਦਾ ਡੈਰੀਵੇਟਿਵ ਮਾਈਨਸ ਵਾਲਾ
ਦਿਸ ਵਨ। ਸੋ ਆਹ ਆਪਸ਼ਨ ਏ ਕਿਹਦਾ ਡੈਰੀਵੇਟਿਵ ਸੀਗਾ? ਇਹ ਸੀਗਾ ਸਾਈਨ ਇਨਵਰਸ ਐਕਸ ਦਾ। ਆਹ ਕਿਹਦਾ ਡੈਰੀਵੇਟਿਵ ਸੀਗਾ? ਟੈਨ ਇਨਵਰਸ ਐਕਸ ਦਾ। ਸੋ ਇਹਦਾ ਆਨਸਰ ਕਿੰਨਾ ਸੀਗਾ? ਬੀ ਸੀਗਾ। ਤਾਂ ਈ ਸਾਈਨ ਇਨਵਰਸ ਫਿਰ ਚੇਨ ਰੂਲ ਲੱਗ ਗਿਆ ਸੀ, ਈ ਦਾ ਉਹੀ ਹੋ ਗਿਆ। ਅਤੇ ਸਾਈਨ ਇਨਵਰਸ ਦਾ ਡੈਰੀਵੇਟਿਵ ਹੁਣੇ ਦੱਸ ਕੇ ਆਏ 1 ਮਾਈਨਸ ਐਕਸ ਸਕੇਅਰ। ਸੋ ਕਿੱਥੇ ਆ ਗਿਆ ਆਨਸਰ ਸਾਡਾ? ਆਹ ਤਾਂ ਆਪਸ਼ਨ ਹੀ ਉੱਡ ਗਈਆਂ, ਹੈ ਨਹੀਂ ਇਹਨਾਂ 'ਚ। ਆ ਵੀ ਹੈਗੀ ਪਲੱਸ ਵਾਲਾ, ਇੱਕੋ ਹੀ ਰਹਿ ਗਈ ਆਪਸ਼ਨ ਸੀ। ਸੋ ਇਹ ਕੁਐਸਚਨ ਵੀ ਬੜਾ ਹੋ ਗਿਆ। ਉਸ ਤੋਂ ਬਾਅਦ ਜੀ ਪੈਰਾਮੀਟਰਿਕ ਇਕੁਏਸ਼ਨ ਜਦੋਂ ਦਿੱਤੀ ਹੋਵੇ ਜੀ, ਸੋ ਇੱਥੇ ਦੇਖੋ ਤੁਸੀਂ ਡੀ ਐਕਸ ਬਾਈ ਡੀ ਟੀ ਕੱਢੋ ਤਾਂ ਇਹ 2a ਰਹਿ ਗਿਆ, ਅਤੇ ਡੀ ਵੀ ਬਾਈ ਡੀ ਟੀ ਕੱਢੋ, ਡੀ ਵੀ ਬਾਈ ਡੀ ਟੀ ਜਦੋਂ ਬੇਟਾ ਤੁਸੀਂ ਕੱਢਿਆ ਤਾਂ ਉਹ ਬਣ ਗਿਆ 2at। ਅਤੇ ਜਦੋਂ ਤੁਸੀਂ ਡੀ ਵੀ ਬਾਈ ਡੀ ਐਕਸ ਕੱਢਣਾ ਸੀ, ਸੋ ਡੀ ਵੀ ਬਾਈ ਡੀ ਟੀ ਉਹ ਕਿੰਨਾ ਸੀਗਾ? 2at, ਅਤੇ ਡੀ ਐਕਸ ਬਾਈ ਡੀ ਟੀ ਉਹ ਸੀਗਾ 2a, ਕੈਂਸਲ ਹੋ ਗਿਆ। ਆਨਸਰ ਕਿੰਨਾ ਆ ਗਿਆ? ਟੀ। ਸੋ ਡੀ ਆਨਸਰ ਤੁਹਾਡਾ ਆ ਗਿਆ ਜੀ ਇਹਦਾ। ਨੈਕਸਟ ਕੁਐਸਚਨ 'ਤੇ ਡਬਲ ਡੈਰੀਵੇਟਿਵ ਹੈ ਮਿੱਤਰ, ਕੋਈ ਘਬਰਾਉਣ ਵਾਲੀ ਗੱਲ ਨਹੀਂ। ਪਹਿਲਾਂ ਸਿੰਗਲ ਡੈਰੀਵੇਟਿਵ ਕੱਢ ਲਓ ਇਹਦਾ, 3x ਸਕੁਏਅਰ ਪਲੱਸ 10x ਦਾ ਡੈਰੀਵੇਟਿਵ ਕਿੰਨਾ ਹੁੰਦਾ? ਸੀਕਡ ਸਕੁਏਅਰ ਐਕਸ। ਸੋ ਇਹਦਾ ਡਬਲ ਡੈਰੀਵੇਟਿਵ 6x, ਅਤੇ ਉਸ ਤੋਂ ਬਾਅਦ ਆ 2 ਅੱਗੇ ਆ ਗਿਆ, ਸੀਕਡ ਐਕਸ, ਅਤੇ ਸੀਕਡ ਦਾ ਫਿਰ ਚੇਨ ਰੂਲ ਨਾਲ ਸੀਕਡ ਐਕਸ tan x। ਸੋ ਇਹਨੂੰ ਥੋੜ੍ਹਾ ਜਿਹਾ ਕੀਤਾ ਆਪਾਂ, ਸੋ 2 ਸੀਕਡ ਸਕੁਏਅਰ ਐਕਸ tan x। ਸੋ ਆਹ ਤਾਂ 4x ਸੀ ਅਤੇ 8x ਸੀ। ਆਹ ਦੋ ਆਪਸ਼ਨਾਂ ਤਾਂ ਵੈਸੇ ਹੀ ਉੱਡ ਗਈਆਂ ਆਹ ਵਾਲੀਆਂ, ਅਤੇ ਇੱਥੇ 2 tan x ਸੀਕਡ ਸਕੁਏਅਰ ਸੀ ਤਾਂ ਇੱਥੇ 4 ਸੀਗਾ, ਸੋ ਇਹ ਵੀ ਉੱਡ ਗਈ। ਸੋ ਇੱਕੋ ਹੀ ਆਪਸ਼ਨ ਸਰਵਾਈਵ ਕੀਤੀ, ਦੈਟ ਇਜ਼ ਬੀ। ਸੋ ਆਨਸਰ ਕੀ ਆ ਗਿਆ ਇਸ ਕੁਐਸਚਨ ਦਾ? ਬੀ ਆ ਗਿਆ ਬੇਟਾ। 24th ਵਾਰ, ਹਾਂਜੀ 24th ਤਾਂ ਤੁਹਾਡਾ ਫੰਕਸ਼ਨ ਦਿੱਤਾ ਹੋਇਆ ਜੀ, ਇਹਨੂੰ ਖੋਲ੍ਹ ਲਓ ਜੀ, ਐਕਸ ਸਕੁਏਅਰ ਮਾਈਨਸ 4x, ਅਤੇ ਉਸ ਤੋਂ ਬਾਅਦ ਆ ਗਿਆ ਜੀ ਮਾਈਨਸ 12। ਤਾਂ ਤੁਸੀਂ ਨੋਟ ਕਰੋ ਇਹਦਾ ਡੈਰੀਵੇਟਿਵ ਕੀਤਾ ਜਦੋਂ, ਤਾਂ ਇਹ ਬਣ ਗਿਆ 2x ਮਾਈਨਸ 4। ਧਿਆਨ ਦਿਓ ਲੀਨੀਅਰ ਫੰਕਸ਼ਨ ਹੈ, ਕੋਈ ਡੋਮੇਨ 'ਚ ਇੱਦਾਂ ਦਾ ਪੁਆਇੰਟ ਨਹੀਂ ਹੈਗਾ ਜਿਹੜਾ ਇਹਦੀ ਡੈਫੀਨੇਸ਼ਨ ਡਿਸਟਰੋਏ ਕਰੇ। ਇਹ ਡਿਫਰੈਂਸ਼ੀਏਬਲ ਹੈ, ਐਵਰੀ ਡਿਫਰੈਂਸ਼ੀਅਲ ਫੰਕਸ਼ਨ ਇਜ਼ ਕੰਟੀਨਿਊਸ, ਸੋ ਇਹ ਕੰਟੀਨਿਊਸ ਵੀ ਹੈਗਾ। ਅਤੇ ਐਂਡ ਪੁਆਇੰਟ 'ਤੇ ਵੈਲਿਊ ਵੀ ਸੇਮ ਹੀ ਹੈ, 0 0 ਆਉਣੀ ਹੈ। ਤਾਂ ਨੋਟ ਧਿਆਨ ਨਾਲ ਦੇਖੋ, f ਮਾਈਨਸ 2 ਹੈ ਜਿਹੜਾ ਉਹ ਵੀ 0 ਹੈ, ਅਤੇ f ਜਿਹੜਾ 6 ਆ ਉਹ ਵੀ 0 ਹੈ। ਸੋ ਆਲ ਦਾ ਕੰਡੀਸ਼ਨਸ ਆਫ ਰੋਲਸ ਥਿਊਰਮ ਸੈਟਿਸਫਾਈ। ਸੋ ਇਹਦਾ ਮਤਲਬ ਕੀ ਹੈ ਵੀ ਰੋਲ ਥਿਊਰਮ 'ਚ ਕੀ ਹੁੰਦਾ ਵੀ ਇੱਕ ਪੁਆਇੰਟ ਐਗਜ਼ਿਸਟ ਕਰਦਾ ਹੁੰਦਾ ਜਿੱਥੇ ਟੈਂਜੈਂਟ ਜਿਹੜਾ ਕੀ ਹੁੰਦਾ ਪੈਰਲਰ ਹੁੰਦਾ ਐਕਸ ਐਕਸਿਸ ਦੇ। ਸੋ ਜਿੱਥੇ ਡੈਰੀਵੇਟਿਵ 0 ਹੁੰਦਾ ਇਹਦਾ ਮਤਲਬ f ਡੈਸ਼ c ਇਜ਼ ਇਕੁਅਲ ਟੂ 0। ਸੋ ਵਟ ਆਈ ਮੀਨ, ਸੋ 2c ਮਾਈਨਸ 4 ਇਜ਼ ਇਕੁਅਲ ਟੂ 0। ਸੋ c ਦੀ ਵੈਲੂ ਬੇਟਾ 4/2, 2 ਕੈਂਸਲ ਹੋ ਗਿਆ 2। ਯਾਦ ਰੱਖੋ ਕਈ ਵਾਰੀ ਸੀ ਕੁਆਡਰੇਟਿਕ ਹੁੰਦੀ ਹੈ ਅਤੇ ਉਹਦੀ ਇੱਕ ਵੈਲੂ ਤੁਹਾਡੇ ਗਿਵਨ ਇੰਟਰਵਲ 'ਚ ਆਉਂਦੀ ਹੁੰਦੀ ਹੈ, ਅਤੇ ਕਈ ਵਾਰੀ ਇੱਕ ਅੱਧੀ ਨਹੀਂ ਆਉਂਦੀ ਹੁੰਦੀ। ਤਾਂ ਜਿਹੜੀ ਨਹੀਂ ਆਉਂਦੀ ਹੁੰਦੀ ਉਹਨੂੰ ਛੱਡ ਦਈਦਾ ਹੁੰਦਾ, ਜਿਹੜੀ ਆਉਂਦੀ ਹੁੰਦੀ ਉਹ ਰੱਖ ਲਈਦੀ ਹੈ। ਸੋ ਇਹਦੇ ਵਿੱਚ c ਦੀ ਵੈਲੂ 2 ਆ, ਉਹ ਆ ਰਹੀ ਹੈ। ਸੋ ਯੂਰ ਆਨਸਰ ਇਜ਼ ਬੀ। ਸੋ ਇਸ ਕੁਐਸਚਨ ਦੀ ਤਾਂ ਕਿੰਨੀ ਵਾਰੀ ਗੱਲ ਕਰ ਲਈ, ਰੇਟ ਆਫ ਚੇਂਜ ਆਫ ਏਰੀਆ ਆਫ ਏ ਸਰਕਲ। ਏਰੀਆ ਆਫ ਸਰਕਲ ਕੀ ਹੁੰਦਾ? ਉਹ ਤੁਹਾਡੇ ਕੋਲ ਹੁੰਦਾ ਪਾਈ ਆਰ ਸਕੁਏਅਰ, ਅਤੇ ਉਹਦਾ ਡੈਰੀਵੇਟਿਵ ਲਾਉਂਗੇ ਤੁਸੀਂ ਡੀ ਬਾਈ ਡੀ ਆਰ, ਉਹ ਬਣ ਗਿਆ ਜੀ 2 ਪਾਈ ਆਰ। ਆਰ ਦੀ ਜਿਹੜੀ ਵੈਲੂ ਮਰਜ਼ੀ ਦੇ ਦੇਣ, ਪਿਛਲੇ ਕੁਐਸਚਨ 'ਚ ਪਿਛਲੇ ਪੇਪਰ ਦੇ ਵਿੱਚ 6 ਦਿੱਤੀ ਸੀ, ਇੱਥੇ 5 ਦਿੱਤੀ ਹੈ। ਸੋ ਆਨਸਰ ਕਿੰਨਾ ਆ ਗਿਆ? 10 ਪਾਈ। ਹਾਂਜੀ, ਦ ਲਾਈਨ ਇਜ਼ ਅ ਟੇਂਜੈਂਟ ਟੂ ਦ ਕਰਵ ਐਟ ਦ ਪੁਆਇੰਟ। ਦੱਸੋ ਜੀ ਕੋਈ ਲਾਈਨ ਟੇਂਜੈਂਟ ਕਦੋਂ ਹੋਊਗੀ, ਹੈ ਨਾ? ਵੈਸੇ ਤਾਂ ਆਪਾਂ ਕਿਉਂਕਿ ਆਪਾਂ MCQ ਕਰ ਰਹੇ ਹਾਂ ਤਾਂ ਥੋੜ੍ਹੇ ਉਸ ਹਿਸਾਬ ਨਾਲ ਸੋਚ ਲੈਂਦੇ ਹਾਂ। ਸੋ ਸਾਨੂੰ ਰਾਈਟ ਹੈਂਡਡ ਪੈਰਾਬੋਲਾ ਦਿੱਤਾ ਹੋਇਆ y ਸਕੁਏਅਰ ਇਜ਼ ਇਕੁਅਲ ਟੂ 4x, ਅਤੇ ਕੋਈ ਲਾਈਨ ਟੇਂਜੈਂਟ ਹੈ y ਇਜ਼ ਇਕੁਅਲ ਟੂ x ਪਲੱਸ 1। ਸਿਰਫ ਸੌਖਾ ਜਿਹਾ ਤਰੀਕਾ ਦੱਸ ਦਿੰਦਾ, ਦੋ ਤਰੀਕਿਆਂ ਨਾਲ ਸੋਚ ਲਓ। ਅਗਰ ਕੋਈ ਲਾਈਨ ਹੋ ਜਿਵੇਂ ਇਹਦੇ 'ਚ ਟੇਂਜੈਂਟ ਹੈ ਤਾਂ ਉਹ ਪੁਆਇੰਟ ਆ ਜਿਹੜਾ ਲਾਈਨ 'ਤੇ ਵੀ ਲਾਈ ਕਰਦਾ ਅਤੇ ਕਰਵ 'ਤੇ ਵੀ ਲਾਈ ਕਰਦਾ। ਇਹਦਾ ਮਤਲਬ ਉਹ ਪੁਆਇੰਟ ਦੋਵਾਂ ਕਰਵਜ਼ ਨੂੰ ਸੈਟਿਸਫਾਈ ਕਰੂਗਾ। ਸੋ ਇੱਕ ਤਰੀਕਾ ਤਾਂ ਹੈ ਬਾਏ ਐਲੀਮੀਨੇਸ਼ਨ। ਤੁਸੀਂ 1 2 ਦੇਖੋ, x ਦੀ ਵੈਲੂ 1 ਫਿਲ ਕਰਤੀ ਤਾਂ y ਦੀ ਵੈਲੂ 2। ਇਹਦਾ ਮਤਲਬ ਆ ਲਾਈਨ 'ਤੇ ਪੁਆਇੰਟ ਹੈਗਾ, ਆਹ ਸੈਟਿਸਫਾਈ ਹੋ ਗਿਆ। ਦੂਸਰਾ ਕੀ ਹੈ, y ਦੀ ਵੈਲੂ ਫਿਲ ਕਰਤੀ 2 4, ਅਤੇ ਇਹਦਾ ਮਤਲਬ ਆ ਇਹਦੇ 'ਤੇ ਵੀ ਹੈਗਾ। ਸੋ ਵੈਸੇ ਆਨਸਰ ਆਪਣਾ ਹੀ ਬਣ ਜਾਣਾ, ਕਿਉਂਕਿ ਹੋਰ ਇਹਨੂੰ ਕੋਈ ਸੈਟਿਸਫਾਈ ਨਹੀਂ ਕਰਦਾ। ਆ y ਦੀ x ਦੀ ਵੈਲੂ 2 ਫਿਲ ਕਰੋਗੇ ਤਾਂ y 3 ਹੋਣਾ ਚਾਹੀਦਾ, ਇਹ ਨਹੀਂ ਹੋਇਆ। ਸੋ ਜੇ ਤੁਸੀਂ ਇੱਥੇ x ਦੀ ਵੈਲੂ 1 ਫਿਲ ਕਰੋਗੇ ਤਾਂ y 2 ਹੋਣਾ ਚਾਹੀਦਾ, ਆ ਵੀ ਨਹੀਂ ਹੋਇਆ ਹੈਗਾ। ਅਤੇ ਜੇ ਤੁਸੀਂ ਮਾਈਨਸ ਫਿਲ ਕਰੋਗੇ ਤਾਂ y 0 ਹੋਣਾ ਚਾਹੀਦਾ, ਸੋ ਆ ਵੀ ਨਹੀਂ ਹੋਇਆ। ਬਾਏ ਐਲੀਮੀਨੇਸ਼ਨ ਆਨਸਰ ਤੁਹਾਡਾ ਇਹ ਬਣ ਗਿਆ। ਪਰ ਜੇ ਤੁਸੀਂ ਹੋਰ ਪ੍ਰਸਾਈਜ਼ਲੀ ਸੋਚਣਾ ਤਾਂ ਤੁਸੀਂ ਇਹਦੀ y ਦੀ ਵੈਲੂ ਜਿਹੜੀ ਇਸ ਕਰਵ ਦੇ ਵਿੱਚ ਫਿਲ ਕਰ ਦਿਓ, ਉਹ ਬਣ ਗਈ x ਪਲੱਸ 1 ਸਕੁਏਅਰ ਇਜ਼ ਇਕੁਅਲ ਟੂ 4x। ਸੋ ਇਹਨੂੰ ਥੋੜ੍ਹਾ ਜਿਹਾ ਸੋਲਵ ਕੀਤਾ,
ਇਹਨੂੰ ਇੱਧਰ ਲਿਆਓ ਤੇ ਇਹਨੇ ਦਾ ਡਿਸਕ੍ਰਿਮੀਨੇਟ 0 ਹੋਣਾ ਚਾਹੀਦਾ, ਪਰਫੈਕਟ ਸਕੇਅਰ ਬਣੂਗਾ। ਉਹ x ਮਾਈਨਸ 1 ਦਾ ਇਕੁਅਲ ਟੂ 0 ਹੋ ਗਿਆ, x ਦੀ ਵੈਲੂ 1 ਆ ਗਈ, ਕਿਉਂਕਿ ਇੱਕ ਹੀ ਪੁਆਇੰਟ ਹੁੰਦਾ ਨਾ, ਕੱਟ ਨਹੀਂ ਨਾ ਕਰ ਰਹੀ। ਅਗਰ ਇਹ ਕੱਟ ਕਰਦੀ ਹੁੰਦੀ ਤਾਂ ਡਿਸਕ੍ਰਿਮੀਨੇਟ ਜਿਹੜਾ ਹੁੰਦਾ ਉਹਨੇ 0 ਨਹੀਂ ਬਣਨਾ ਸੀਗਾ ਤੇ 2 ਪੁਆਇੰਟ ਆਉਣੇ ਸੀ ਤੁਹਾਡੇ ਕੋਲ। ਤੇ ਅਗਰ ਉਹ ਬਾਹਰ ਦੀ ਲੰਘ ਜਾਂਦੀ ਵਿਦਆਊਟ ਟੱਚ ਕੀਤਿਆਂ ਜਾਂ ਬਗੈਰ ਕੱਟ ਕੀਤਿਆਂ ਤਾਂ ਡਿਸਕ੍ਰਿਮੀਨੇਟ ਨੈਗੇਟਿਵ ਹੋਣਾ ਸੀਗਾ। ਡਿਸਕ੍ਰਿਮੀਨੇਟ ਇਕੁਅਲ ਆਇਆ ਤੇ ਮੈਂ ਟੱਚ ਕਰ ਰਿਹਾ, x ਦੀ ਵੈਲੂ 1 ਆ ਗਈ ਤਾਂ ਉਹਨੂੰ ਇਹਦੇ ਵਿੱਚ ਫਿਲ ਕਰ ਦਿਓ ਤਾਂ y ਦੀ ਵੈਲੂ 2, ਸੋ ਸਾਡਾ ਪੁਆਇੰਟ 1 2 ਆ ਗਿਆ। ਸੋ ਆਹੀ ਆਨਸਰ ਸਾਡਾ ਬਣਨਾ ਸੀ ਹੈ ਨਾ। ਉਸ ਤੋਂ ਬਾਅਦ ਡੈਰੀਵੇਟਿਵ ਵਾਲੇ ਤਰੀਕੇ ਨਾਲ, ਸਲੋਪ ਵਾਲਾ, ਹੋਰ ਕਿੰਨੇ ਤਰੀਕਿਆਂ ਨਾਲ ਕੁਐਸਚਨ ਹੋ ਜੂ, ਜਿਵੇਂ ਮਰਜ਼ੀ ਕਰ ਲਓ। ਆਪਾਂ MCQ ਜਿਵੇਂ ਸੌਖਾ ਲੱਗਾ ਉਵੇਂ ਕਰ ਲਿਆ। ਨੈਕਸਟ ਕੁਐਸਚਨ ਜੀ, ਨੈਕਸਟ ਕੁਐਸਚਨ ਫੰਕਸ਼ਨ ਪੁੱਛਿਆ ਜੀ ਇਨਕਰੀਜ਼ਿੰਗ ਕਦੋਂ ਹੈ, f(x) ਤੁਹਾਨੂੰ ਦਿੱਤਾ ਹੋਇਆ log x, ਡੈਰੀਵੇਟਿਵ ਕੱਢ ਲਓ ਜੀ ਇਹਦਾ, ਸੌਰੀ ਫੰਕਸ਼ਨ ਸਾਨੂੰ ਦਿੱਤਾ ਹੋਇਆ f(x) ਇਕੁਅਲ ਟੂ log x, ਡੈਰੀਵੇਟਿਵ ਲਓ ਜੀ 1/x। ਸਟਿਕਲੀ ਇਨਕਰੀਜ਼ਿੰਗ ਲਈ ਕੀ ਹੋਣਾ ਚਾਹੀਦਾ, ਗ੍ਰੇਟਰ ਦੈਨ 0। ਸਟਿਕਲੀ ਇਨਕਰੀਜ਼ਿੰਗ ਲਈ ਤਾਂ x ਕੀ ਹੋਣਾ ਚਾਹੀਦਾ, ਗ੍ਰੇਟਰ ਦੈਨ 0। ਸੋ ਇੰਟਰਵਲ ਕੀ ਬਣਨਾ ਚਾਹੀਦਾ, 0 ਓਪਨ ਟੂ d। ਸੋ B ਆਨਸਰ ਆ ਗਿਆ ਜੀ ਇਹਦਾ। ਦ ਲੋਕਲ ਮੈਕਸੀਮਮ ਵੈਲਿਊ ਆਫ ਦਾ ਫੰਕਸ਼ਨ, ਸਭ ਤੋਂ ਫੰਕਸ਼ਨ ਲਈ ਕੀ ਹੁੰਦਾ, ਕ੍ਰਿਟੀਕਲ ਵੈਲਿਊ ਕੱਢਣੀ ਹੈ। f(x) ਦਾ ਡੈਰੀਵੇਟਿਵ ਕੱਢ ਲਓ ਜੀ, ਸਿੰਗਲ ਡੈਰੀਵੇਟਿਵ ਕੱਢਿਆ, ਉਹ ਬਣ ਗਿਆ ਜੀ 3x² ਮਾਈਨਸ 12। ਡਬਲ ਡੈਰੀਵੇਟਿਵ ਬੇਟਾ ਕੱਢ ਲਓ, ਉਹ ਬਣ ਗਿਆ ਜੀ ਤੁਹਾਡੇ ਕੋਲ 6x ਹੈ ਨਾ। ਕ੍ਰਿਟੀਕਲ ਵੈਲਿਊ ਲਈ ਤੁਸੀਂ ਇਹਨਾਂ ਡੈਰੀਵੇਟਿਵ 0 ਦੇ ਇਕੁਅਲ ਕੀਤਾ, ਸੋ x ਦੀਆਂ ਵੈਲਿਊ ਤੁਹਾਡੇ ਕੋਲ ਹੈ +-2। ਸੋ ਮੈਕਸੀਮਮ ਵੈਲਿਊ ਲਈ ਡੈਰੀਵੇਟਿਵ ਕੀ ਹੋਣਾ ਚਾਹੀਦਾ ਹੁੰਦਾ, ਡਬਲ ਡੈਰੀਵੇਟਿਵ ਨੈਗੇਟਿਵ, ਤਾਂ ਉਹ -2 'ਤੇ ਹੋਣਾ ਸੀ। ਤਾਂ ਇਹਦਾ ਮਤਲਬ ਕੀ ਹੈ ਵੀ ਜਿਹੜਾ x ਇਕੁਅਲ ਟੂ -2 ਹੈ ਇਜ਼ ਪੁਆਇੰਟ ਆਫ ਮੈਕਸੀਮਾ। ਸੋ ਹੁਣੇ ਤੁਹਾਨੂੰ ਪੁੱਛੀ ਹੈ ਮੈਕਸੀਮਮ ਵੈਲਿਊ, ਉਹ ਹੋਣੀ ਹੈ -2 'ਤੇ, क्यूब -12 इंटू -2, ये 8 हो गया, -8 तो +24। सो ये वैल्यू कितनी आ गई जी 16। सो थोड़ा आंसर कितना आ गया जी, C आ गई इस क्वेश्चन का। नैक्सट क्वेश्चन देखो जी। सो थोड़ा गल याद करना भी, अगर सपोज करो भी थोड़ा एक वैक्टर A दिता हो है ना, A1i प्लस A2j तो A3k। ਜੇ ਤੁਹਾਨੂੰ ਪੁੱਛਦਾ ਉਹਦੇ ਡਾਇਰੈਕਸ਼ਨ ਰੇਸ਼ੀਓਜ਼, ਫਿਰ ਤਾਂ ਤੁਸੀਂ ਚੁੱਪ ਕਰਕੇ ਦੱਸ ਦੇਣੇ ਉਹੀ ਉਹਦੇ ਆ ਜਿਹੜੇ ਕੰਪੋਨੈਂਟ ਹੈਗੇ A1 A2 A3। ਅਤੇ ਜੇ ਤੁਹਾਨੂੰ ਪੁੱਛਦਾ ਉਹਦੇ ਡਾਇਰੈਕਸ਼ਨ ਕੋਸਾਈਨਸ, ਮੰਨ ਲਓ ਡਾਇਰੈਕਸ਼ਨ ਕੋਸਾਈਨਸ ਪੁੱਛਦਾ, ਫਿਰ ਫਸਟ ਕੰਪੋਨੈਂਟ ਨੂੰ ਉਹਦੇ ਮੈਗਨੀਚਿਊਡ ਨਾਲ ਡਿਵਾਈਡ ਕਰ ਦਿਓ, A2 ਨੂੰ ਡਿਵਾਈਡ ਕਰ ਦਿਓ ਅਤੇ A3 ਨੂੰ ਉਹਦੇ ਮੈਗਨੀਚਿਊਡ ਨਾਲ ਡਿਵਾਈਡ ਕਰ ਦਿਓ। ਸੋ ਇਸ ਕੁਐਸਚਨ ਦੇ ਵਿੱਚ ਇਹਦਾ ਮੈਗਨੀਚਿਊਡ ਕਿੰਨਾ ਆ ਗਿਆ, 1 + 1 + 4 ਰੂਟ 6 ਆ ਗਿਆ। ਸੋ 1/√6 1/√6। ਸੋ ਆਹ ਆਨਸਰ ਤੁਹਾਡਾ ਬੇਟਾ ਆ ਗਿਆ ਇਹਦੇ ਵਿੱਚ। ਉਸ ਤੋਂ ਅਗਲੇ 'ਚ ਮੈਗਨੀਚਿਊਡ ਹੀ ਪੁੱਛੀ ਜਾਂਦਾ ਵਾਰ-ਵਾਰ, ਜਾਂ ਯੂਨਿਟ ਵੈਕਟਰ ਪੁੱਛ ਲੈਂਦਾ ਕਈ ਵਾਰੀ ਉਸ ਡਾਇਰੈਕਸ਼ਨ ਦੇ ਵਿੱਚ। ਸੋ ਇੱਥੇ ਡਾਇਰੈਕਟ ਮੈਗਨੀਚਿਊਡ ਪੁੱਛਿਆ। ਸੋ 4 + 36 + 9 49 49 ਦਾ ਸਕੁਅਰ ਰੂਟ ਕਿੰਨਾ ਹੁੰਦਾ, 7। ਚਲੋ ਜੀ ਇਹ ਆਪਸ਼ਨ ਇਹ ਆ ਗਿਆ ਸੀ। ਕੁਐਸਚਨ ਨੰਬਰ 31, A.B ਇਕੁਅਲ ਟੂ A's ਮੈਗਨੀਚਿਊਡ B's ਮੈਗਨੀਚਿਊਡ। ਤਾਂ ਆ √2 ਇੱਧਰ ਲਿਆਂਦਾ ਸੀ ਆਪਾਂ 1/√2। ਸੋ ਕਿਉਂਕਿ ਉੱਥੇ ਡਾਟ ਪ੍ਰੋਡਕਟ 'ਚ ਕੋਸ ਹੁੰਦਾ ਅਤੇ cos/4 ਦੀ ਵੈਲਿਊ ਹੁੰਦੀ ਹੈ। ਸੋ ਐਂਗਲ ਕਿੰਨਾ ਹੈਗਾ, 45 ਡਿਗਰੀ, ਆਪਸ਼ਨ B। ਕੁਐਸਚਨ ਨੰਬਰ 32। ਸੋ ਯਾਦ ਰੱਖਿਓ I × J K ਦੇ ਇਕੁਅਲ ਹੁੰਦਾ। ਉਸ ਤੋਂ ਬਾਅਦ ਚੇਨ ਰੂਲ ਹੀ ਫਾਲੋ ਕਰਦੇ ਆ, ਜੇ ਤੋਂ ਬਾਅਦ K ਆ ਜਾਂਦਾ ਤਾਂ ਇੱਥੇ I ਹੁੰਦਾ, ਤਾਂ K × I ਉਹ J ਹੁੰਦਾ। ਸੋ ਹੁਣ ਤੁਹਾਡੇ ਕੋਲ ਦੇਖੋ ਜੋ ਦਿੱਤਾ ਕੁਐਸਚਨ ਨੰਬਰ ਮੈਂ 32 ਕਰ ਰਿਹਾ। I ਡਾਟ J × K ਕਿੰਨਾ ਹੁੰਦਾ, ਉਹ I ਹੁੰਦਾ। ਉਸ ਤੋਂ ਬਾਅਦ ਪਲੱਸ J ਡਾਟ I × K ਕਿੰਨਾ ਹੁੰਦਾ, ਉਹ ਹੁੰਦਾ -J। ਤਾਂ ਤੀਸਰਾ ਕੀ ਰਹਿ ਗਿਆ ਜੀ, K ਕੈਪ, ਅਤੇ I ਅਤੇ J ਦੀ ਕ੍ਰਾਸ ਪ੍ਰੋਡਕਟ ਕਿੰਨੀ ਹੁੰਦੀ ਹੈ, ਉਹ K ਕੈਪ ਫਿਰ ਹੋ ਗਿਆ। ਆਪਣੇ ਆਪ ਨਾਲ ਇਹਦੀ ਯੂਨਿਟ ਵੈਕਟਰ ਦੀ ਜਿਹੜੀ ਲੈਣੀ ਆਈ ਦੀ ਉਹ ਡਾਟ ਪ੍ਰੋਡਕਟ ਕਿੰਨੀ ਹੁੰਦੀ ਹੈ, 1। ਆ -1 ਆ +1 ਆ ਕੈਂਸਲ ਹੋ ਗਿਆ, ਆਨਸਰ ਆ ਗਿਆ 1। ਸੋ ਯੂਰ ਆਨਸਰ ਇਜ਼ 1। ਜੇ ਆ ਵੀ ਇੱਥੇ ਘੁਮਾ ਕੇ ਪੁੱਛਿਆ ਹੁੰਦਾ ਫਿਰ ਆਨਸਰ 3 ਆ ਜਾਣਾ ਸੀ। ਪਹਿਲਾਂ ਵੀ ਕਿੰਨੀ ਵਾਰ ਗੱਲ ਹੋਈ ਹੈ, 3 ਵੈਕਟਰ ਕੋ ਪਲਾਨਰ ਹੈ ਤਾਂ ਉਹਨਾਂ ਦੀ ਜਿਹੜੀ ਬਾਕਸ ਪ੍ਰੋਡਕਟ ਆ ਜਾਂ ਸਕੇਲਰ ਟ੍ਰਿਪਲ ਪ੍ਰੋਡਕਟ ਆ ਉਹ ਕੀ ਹੁੰਦੀ ਹੈ, 0। ਸੋ ਜਿਵੇਂ ਸਾਡੇ ਕੋਲ ਰਿਜ਼ਲਟ ਹੈਗਾ, ਆ ਤੁਹਾਡਾ ਹੈਗਾ 1 -1 ਅਤੇ 1 ਫਿਰ 3 1
2 1 लैम्डा -3 ਇਹ ਡੈਟ ਕੀ ਦੇ ਕੋਲ ਹੋਣਾ ਚਾਹੀਦਾ 0। ਸੋ ਇਹਨੂੰ ਤੁਸੀਂ ਸੋਲਵ ਕਰ ਲਓ। ਇਹਨੂੰ ਸੋਲਵ ਕਰਨ ਦਾ ਵੈਸੇ ਸੌਖਾ ਤਰੀਕਾ ਹੈ ਵੀ ਤੁਸੀਂ ਇਹ 'ਤੇ ਓਪਰੇਟ ਕਰ ਲਓ। ਓਪਰੇਟ ਇਹਨੂੰ ਇੱਦਾਂ ਕਰੋ, ਜ਼ਿਆਦਾ ਸੌਖਾ ਹੀ ਹੁੰਦਾ ਆਪਰੇਸ਼ਨਸ ਲਾ ਲਓ। ਸੋ ਤੁਸੀਂ ਇੱਦਾਂ ਕਰੋ C2 'ਤੇ ਓਪਰੇਟ ਕਰ ਲਓ। C2 ਦੇ ਵਿੱਚ C1 ਐਡ ਕਰ ਦਿਓ, ਇੱਕ C3 'ਤੇ ਓਪਰੇਟ ਕਰ ਦਿਓ, C3 ਦੇ ਵਿੱਚੋਂ C1 ਸਬਟਰੈਕਟ ਕਰ ਦਿਓ। ਸੋ ਮੈਂ ਛੋਟਾ ਛੋਟਾ ਲਿਖਦਾ 1 3 1 ਇਹਨੇ 'ਚ ਐਡ ਕੀਤਾ ਸੀ, ਹੋ ਗਿਆ ਸੀ 0 4 ਅਤੇ ਇਹ ਹੋ ਗਿਆ ਲੈਮਡਾ +1। ਸੋ ਇਹ 'ਚੋਂ ਕੀਤਾ ਸਬਟਰੈਕਟ 0 -1 ਸੋ -4 ਤਾਂ ਇਹ ਕੀ ਹੋ ਗਿਆ ਸਾਡੇ ਕੋਲ 0। ਹੁਣ ਇਹਨੂੰ ਸੋਲਵ ਕਰ ਲਓ ਜੀ। ਇਹ ਬਣ ਗਿਆ ਜੀ ਤੁਹਾਡੇ ਕੋਲ ਆ ਤਾਂ ਦੇਖੋ ਇਹਦੇ ਨਾਲ ਸੋਲਵ ਕੀਤਾ ਫਸਟ ਐਲੀਮੈਂਟ ਨਾਲ। ਸੋ ਕੀ ਰਹਿ ਗਿਆ ਪਿੱਛੇ ਆਪਣੇ ਕੋਲ, ਇਹ ਹੋ ਗਿਆ -16 प्लस लैम्डा +1 इज इक्वल टू 0। सो लैम्डा की वैल्यू तुहाडे कोल आ गई जी 15। सो क्वेश्चन नंबर इहदा आंसर डी आ गया जी 33 का आंसर डी आ गया जी। हाँ जी हाँ जी हाँ जी एक मिनट जी। हाँ जी बेटा 34th क्वेश्चन ते असी आ गए हैं। सो सानू पता है सानू पूछा की है भी प्रोबेबिलिटी ऑफ ए गिवन बी, प्रोबेबिलिटी ऑफ ए एंड बी मतलब ए इंटरसैक्शन बी डिवाइडेड बाय प्रोबेबिलिटी ऑफ बी। बट सानू ए इंटरसैक्शन बी चाहिए, उहदे लई साडे कोल फार्मूला की हुंदा, उहदे लई साडे कोल फार्मूला हुंदा दिस वन, प्रोबेबिलिटी ऑफ ए प्लस प्रोबेबिलिटी ऑफ बी माइनस प्रोबेबिलिटी ऑफ ए यूनियन बी। सो ये कितना सीगा 6/11 प्लस 5/11 माइनस 7/11। सो ये कितनी होगी 4/11। सो प्रोबेबिलिटी ऑफ ए गिवन बी, प्रोबेबिलिटी ऑफ ए एंड बी डिवाइडेड बाय प्रोबेबिलिटी ऑफ बी। सो कितना होगा सी बेटा 4/11 डिवाइडेड बाय प्रोबेबिलिटी ऑफ बी दैट इज 5/11। सो योर आंसर इज 4/5। सो आ गया सी। जे कितने उन्हें आ पूछा होंदा प्रोबेबिलिटी ऑफ गिवन, प्रोबेबिलिटी ऑफ बी गिवन ए, तो दैन ਉਹਦਾ आंसर फिर थोड़ा जिहा डिफर कर जाना सीगा डिवाइडेड बाय प्रोबेबिलिटी ऑफ ए। आ तो 4/11 ही आनी सी, तो नीचे वो कितना सीगा तुहाडे कोल 6/11, 11 कैंसल हो जाना सी 4/6 2/3। फिर थोड़ा आंसर बनना सी ए ऑप्शन किहदा है प्रोबेबिलिटी ऑफ बी गिवन ए। सो करैक्ट आंसर साडा इहदे विच बी हो गया। सो 2 इवेंट्स आर इंडिपेंडेंट, ये चांसेस है ये क्वेश्चन आ सकता सी। सो दा डायरैक्ट ही रिजल्ट हुंदा आ वाला दिस वन। हाँ जी, तो वेरिएंस ऑफ एक्स डिनोटेड बाय दिस वन का फार्मूला यही है जी 36 दी ऑप्शन ये है जी। सो मैं बार बार दसी जाना एक ना मोनोमल डिस्ट्रीब्यूशन दे विच ओहदी जिहड़ा मीन हुंदा वो NP हुंदा ते वेरिएंस जिहड़ी हुंदी है वो NP क्यों होंगी है। चलो जी सो आ प्रोबेबिलिटी डिस्ट्रीब्यूशन रैंडम वेरीएबल का एक फंक्शन दिता है, तुहानूं पता भी है ना सारे का जिहड़ा सम हुंदा वो कितना हुंदा वो 1 हुंदा। सो के दी वैल्यू कढ लो, वैसे मैनूं लगदा के दी कढण दी लोड़ नहीं पैनी क्योंकि एज पर क्वेश्चन जो सानूं दिता है इहदा मतलब की है भी यह 2 तो घट प्रोबेबिलिटी ऑफ एक्स इक्वल टू 0 प्लस प्रोबेबिलिटी एक्स इक्वल टू 1 तो 2 है 2 तो घट है एक्स इक्वल टू 2 या फिर 2 तो वध आ वो 3 इक्को ही आ गया। सो सारा ही सम पुछी हो गया सम, तो सम ਇਹਦਾ 1 ਹੁੰਦਾ, आंसर यही आ गया जी ਇਹਦਾ। सो आ इंपॉर्टेंट क्वेश्चन है जी बाइनोमियल डिस्ट्रीब्यूशन विच इज़ नॉट ए बर्नौली ट्रायल दे ਜਿਹੜੀਆਂ ਜੰਪਸ਼ਨਸ ਹੈਗੀਆਂ विच वन इज़ नॉट ए रिक्वायरमेंट ऑफ द बाइनोमियल डिस्ट्रीब्यूशन। ईच ट्रायल हैज़ एग्जैक्टली 2 आउटकम्स सक्सैस एंड फेलियर P एंड Q। यस ये होंगी है जी। ट्रायल्स आर डिपेंडेंट नहीं जी, इंडिपेंडेंट होंगे, याद रखियो जो पूछ सकता है ये होनी चाहिए, इस करके ये रिक्वायरमेंट है नहीं। सो साडा आंसर की आ गया ही बन गया जी। सो साडा करैक्ट आंसर की हो गया जी, मतलब आ वाला हो गया जी। आ भी रिक्वायरमेंट होंगी है जी। नंबर ऑफ ट्रायल्स आर फाइनाइट एंड फिक्सड होनी चाहिए। प्रोबेबिलिटी ऑफ सक्सैस रिमेन्स कॉन्स्टेंट थ्रू आउट द एक्सपेरीमेंट, ये भी रिक्वायरमेंट हैगी है जी। उस तो बाद आ डायरैक्ट का फार्मूला जी पूछा होया। सो इसका आंसर यही है जी, याद रखो, बार बार आपसे यूज़ करांगे आप।
हाँ जी, सो ਅਸੀਂ ਹੁਣ ਬਿਲਕੁਲ ਲਾਸਟ ਕੁਐਸਚਨ ਤੇ ਆ ਗਏ ਜੀ। 5 ਕਾਰਡਸ ਆਰ ਡਰਾਨ ਸਕਸੈਸਫੁਲੀ। 5 ਕਾਰਡ ਕੱਢੇ ਜਾ ਰਹੇ ਆ ਵਿਦ ਰਿਪਲੇਸਮੈਂਟ ਫਰੋਮ ਅ ਵੈਲ ਸ਼ਫਲ ਡੈਕ ਆਫ 52 ਕਾਰਡਸ। ਦ ਪ੍ਰੋਬੈਬਿਲਿਟੀ ਦੈਟ ਓਨਲੀ 3 ਕਾਰਡਸ ਆਰ ਸਪੇਅਰਡ। ਇਹ ਫਿਰ ਜੀ ਬਨੈਮਲ ਡਿਸਟਰੀਬਿਊਸ਼ਨ ਦਾ ਹੀ ਕੁਐਸਚਨ ਆ ਗਿਆ ਜੀ। ਇਹ ਬਰਨੌਲੀ ਟਰਾਇਡ ਹੈ ਜੀ, ਔਰ ਬਰਨੌਲੀ ਟਰਾਇਲ ਆ ਸੌਰੀ। ਸੋ ਚਲੋ ਕਰਦੇ ਹਾਂ ਜੀ, ਮਤਲਬ ਨੋਟ ਕਰ ਲਓ ਵੀ ਜਿਹੜਾ ਹੈਗਾ ਨਾ ਡਰਾ ਕਰਨਾ ਆਪਾਂ ਕਾਰਡ, ਡਰਾਇੰਗ ਕਾਰਡ ਇਜ਼ ਏ ਬਰਨੌਲੀਜ਼ ਟਰਾਇਲ, ਮਤਲਬ ਬਰਨੌਲੀ ਡਿਸਟਰੀਬਿਊਸ਼ਨ ਲਾਵਾਂਗੇ ਜੀ ਆਪਾਂ। ਬਰਨੌਲੀਜ਼ ਟਰਾਇਲ। ਸੋ ਇਹਦਾ ਮਤਲਬ ਬਰਨੌਲੀ ਡਿਸਟਰੀਬਿਊਸ਼ਨ ਆ ਜੀ। ਰੈਂਡਮ ਵੇਰੀਏਬਲ ਸਾਡਾ ਐਕਸ ਆ ਗਿਆ। ਬਰਨੌਲੀ ਡਿਸਟਰੀਬਿਊਸ਼ਨ ਦਾ ਕੁਐਸਚਨ ਬਣ ਗਿਆ ਜੀ ਇਹ। ਸੋ ਸਾਨੂੰ ਪਤਾ ਵੀ ਐਕਸ ਇਕੁਅਲ ਟੂ ਐਕਸ ਦਾ ਫਾਰਮੂਲਾ ਕੀ ਹੁੰਦਾ, ਉਹ ਸਾਡੇ ਕੋਲ ਹੁੰਦਾ ਜੀ NCX ਕਿਊ ਮਾਈਨਸ XPX। ਹਾਂ ਯਾਦ ਰੱਖਿਓ ਜੀ, ਤਾਂ P ਪਲੱਸ Q ਦੀ ਵੈਲੂ 1 ਹੁੰਦੀ ਹੈ ਜੀ। ਉਸ ਤੋਂ ਬਾਅਦ ਕੀ ਹੈ, ਹਾਂਜੀ ਸੌਰੀ ਇੱਕ ਮਿੰਟ। ਸੋ ਪਹਿਲਾਂ ਤਾਂ ਉਹਦੇ 'ਚ N ਦੇਖੋ, N ਕੀ ਹੈ ਜੀ? N ਹੈਗਾ ਜੀ ਨੰਬਰ ਆਫ ਕਾਰਡਸ ਡਰਾਨ, ਉਹ ਕਿੰਨੇ ਹੈ ਜੀ? 5 ਹੈ। ਸੋ P ਕੀ ਹੁੰਦਾ ਜੀ? ਪ੍ਰੋਬੈਬਿਲਿਟੀ ਆਫ ਗੈਟਿੰਗ ਕਿਹੜਾ ਕਾਰਡ ਹੈ ਜੀ? ਗੈਟਿੰਗ ਸਪੇਡ ਕਾਰਡ। ਕਿੰਨੇ ਹੁੰਦੇ ਆ ਜੀ? 13। ਟੋਟਲ ਕਿੰਨੇ ਸੀ? 52। ਸੋ ਕਿੰਨੀ ਹੋ ਗਈ? 1/4। ਡੋਂਟ ਸਟਾਪ ਇੰਟਲ ਯੂ ਆਰ ਪ੍ਰਾਊਡ। ਚਲੋ ਜੀ ਉਹ ਪੜ੍ਹ ਲਈ ਆਪਾਂ ਨਾਲ। ਸੋ ਕਿਉਂ ਦੀ ਵੈਲੂ ਕਿੰਨੀ ਹੋ ਗਈ ਪੁੱਤਰ ਜੀ? ਉਹ ਹੁੰਦੀ ਆ 1 ਮਾਈਨਸ P। ਸੋ 1 ਮਾਈਨਸ 1/4 ਵਿਚ ਇਜ਼ ਇਕੁਅਲ ਟੂ 3/4। ਸੋ ਅਸੀਂ ਇੰਟਰਸਟਡ ਹੈਗੇ ਹਾਂ ਜੀ ਓਨਲੀ 3 ਕਾਰਡਸ ਆਰ ਸਪੇਅਰਡ। ਸਟੇਟਮੈਂਟ 'ਚ ਵੇਖੋ ਜੀ ਓਨਲੀ 3 ਕਾਰਡਸ ਆਰ ਸਪੇਅਰਡ। ਸੋ ਅਸੀਂ ਆਹ ਚੀਜ਼ ਕੈਲਕੂਲੇਟ ਕਰਨੀ ਹੈ, ਵੈਲਿਊਜ਼ ਫਿਲ ਕਰ ਦਿਓ। 5C3 1/4 ਆ P ਦੀ ਵੈਲੂ ਆ ਗਈ ਜੀ। ਸੋ 3 ਅਤੇ Q ਦੀ ਵੈਲੂ ਸੀਗੀ 3/4 ਅਤੇ ਨਾਲ ਉਹਦੇ ਸੀਗਾ ਜੀ ਉਹ N-X 5 - 3 ਉਹ 2 ਆ ਗਿਆ ਜੀ। ਸੋ ਤੁਸੀਂ ਇਹਨੂੰ ਸੋਲਵ ਕਰੋਗੇ ਜੀ, ਇਹ ਬਣ ਗਿਆ 5 ਫੈਕਟੋਰੀਅਲ ਬਾਈ 2 ਫੈਕਟੋਰੀਅਲ 3 ਫੈਕਟੋਰੀਅਲ। ਇਹ ਬਣ ਗਿਆ 2⁶ ਇੰਟੂ 9 2⁴। ਸੋ ਇਹ ਕਿੰਨਾ ਹੋ ਗਿਆ ਜੀ? 5 × 4 ਇੰਟੂ 3 ਫੈਕਟੋਰੀਅਲ ਡਿਵਾਈਡਡ ਬਾਈ 2 ਫੈਕਟੋਰੀਅਲ 3 ਫੈਕਟੋਰੀਅਲ ਇੰਟੂ 9/2⁻10 ਹੋ ਗਿਆ ਜੀ। ਸੋ 3 ਫੈਕਟੋਰੀਅਲ ਆ ਕੈਂਸਲ ਹੋ ਗਿਆ ਜੀ। ਸੋ ਇੱਕ ਆ ਹੋ ਗਿਆ ਕੈਂਸਲ 4 ਅਤੇ 2 ਅਤੇ ਇਹ ਹੋ ਗਿਆ ਜੀ 5 × 9। ਸੋ 2⁻9। ਸੋ 45 ਇਹ ਹੁੰਦਾ ਜੀ 512 5 × 12। ਸੋ 45/5 ਵੇਖੋ ਜੀ ਆਪਸ਼ਨ 'ਚ ਹੈਗਾ ਇਹ? ਯੈਸ ਹੈਗਾ ਜੀ, ਫਸਟ ਆਪਸ਼ਨ। ਸੋ ਬੇਟਾ ਇਹ ਸੀ ਆਪਣਾ ਰਿਵੀਜ਼ਨ ਪੇਪਰ ਨੰਬਰ 2। ਸੋ ਹੁਣ ਕੁਛ ਟਾਈਮ ਬਾਅਦ ਫਿਰ ਮੈਂ ਰਿਵੀਜ਼ਨ ਪੇਪਰ 3 ਲੈ ਕੇ ਆਊਂਗਾ। ਅਤੇ ਇਨ ਬਿਟਵੀਨ ਅਗਰ ਤੁਹਾਨੂੰ ਕਿਸੇ ਹੋਰ ਕੁਐਸਚਨ ਦੀ ਪ੍ਰੋਬਲਮ ਹੈਗੀ ਹੈ ਤਾਂ ਤੁਸੀਂ ਮੈਨੂੰ ਮੇਰੇ ਨੰਬਰ 'ਤੇ ਵਟਸਐਪ ਕਰ ਦਿਓ। ਮੇਰਾ ਜਿਹੜਾ ਨੰਬਰ ਹੈਗਾ ਵਟਸਐਪ ਨੰਬਰ that is 9781108181। ਬਟ ਉੱਥੇ ਜ਼ਰੂਰ ਆਪਣਾ ਨਾਮ ਅਤੇ ਸਕੂਲ ਨੇਮ ਡਿਸਟ੍ਰਿਕਟ ਜ਼ਰੂਰ ਦੱਸਿਓ ਜੀ। ਜਿਹੜੀ ਵੀ ਤੁਹਾਡੀ ਪ੍ਰੋਬਲਮ ਹੋਊਗੀ ਬੇਟਾ ਮੈਂ ਨੈਕਸਟ ਲੈਕਚਰ ਦੇ ਵਿੱਚ ਉਹ ਸੋਲਵ ਕਰ ਦੂੰਗਾ। ਸੋ ਥੈਂਕ ਯੂ ਬੇਟਾ, ਥੈਂਕਸ ਫॉर ਵਾਚਿੰਗ। ਮਿਲਦੇ ਹਾਂ ਨੈਕਸਟ ਲੈਕਚਰ ਦੇ ਵਿੱਚ।